बिस्मिल्लाहिर्रहमानिर्रहीम नाज़रीन अस्सलाम वालेकुम। ਤੁਸੀਂ ਦੇਖਦੇ ਪਏ ਹੋ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੀ ਵੱਡੀਆਂ ਖਬਰਾਂ ਚੋਂ ਸਭ ਤੋਂ ਪਹਿਲੇ ਖਬਰ ਇਲੈਕਸ਼ਨ ਕਮਿਸ਼ਨ ਨੇ ਸੈਨੇਟਰ ਇਜਾਜ਼ ਚੌਧਰੀ ਅਹਿਮਦ ਖਾਨ ਬੁੱਚਰ ਤੇ ਅਹਿਮਦ ਚੱਠਾ ਨੂੰ ਨਾਅਲ ਕਰਾਰ ਦੇ ਦਿੱਤਾ ਹੈ। ਉਸ ਤੋਂ ਇਲਾਵਾ ਇੰਸਦਾਦੇ ਦਹਿਸ਼ਤਗਰਦੀ ਦੇ ਅਦਾਲਤ ਦੇ ਫੈਸਲੇ ਦੇ ਬਾਅਦ ਤਿੰਨੋਂ ਨਾਅਲ ਨੇ ਇਹਨਾਂ ਦੀਆਂ ਨਿਸ਼ਸਤਾਂ ਖਾਲੀ ਹੋ ਚੁੱਕੀਆਂ ਨੇ। ਇਲੈਕਸ਼ਨ ਕਮਿਸ਼ਨ ਪੰਜਾਬ ਅਸੈਂਬਲੀ ਦੇ ਇਜਲਾਸ ਦੇ ਵਿੱਚ ਆਪੋਜੀਸ਼ਨ ਰੁਕਨ ਨੇ ਹਕੂਮਤੀ ਜਮਾਤ ਦੇ ਐਮਪੀਏ ਨੂੰ ਚਪੇੜਾਂ ਮਾਰ ਦਿੱਤੀਆਂ। ਪੰਜਾਬ ਅਸੈਂਬਲੀ ਦੇ ਇਜਲਾਸ ਦੇ ਵਿੱਚ ਆਪੋਜੀਸ਼ਨ ਰੁਕਨ ਖਾਲਿਦ ਨਸਾਰ ਡੋਗਰ ਨੇ ਹਕੂਮਤੀ ਰੁਕਨ ਅਹਿਸਾਨ ਰਿਆਜ਼ ਨੂੰ ਚਪੇੜਾ ਮਾਰੀਆਂ ਤੇ ਡਿਪਟੀ ਸਪੀਕਰ ਦੀ ਜ਼ੇਰ ਸਦਾਰਤ ਇਜਲਾਸ ਦੇ ਵਿੱਚ ਇੱਕ ਮੌਕਾ ਤੇ ਆਪੋਜੀਸ਼ਨ ਰੁਕਨ ਜਿਹੜੇ ਨੇ ਖਾਲਿਦ ਨਸਾਰ ਡੋਗਰ ਆਪਣੀ ਨਸ਼ਿਸਤ ਤੋਂ ਉੱਠੇ ਤੇ ਹਕੂਮਤੀ ਰੁਕਨ ਅਹਿਸਾਨ ਰਿਆਜ਼ ਨੂੰ ਥੱਪੜ ਦੇ ਮਾਰਿਆ। ਉਸ ਤੋਂ ਇਲਾਵਾ ਟਰੰਪ ਨੇ ਕਿਹਾ ਹੈ ਕਿ ਸੀਜ਼ ਫਾਇਰ ਨਾ ਕਰਾਂਦਾ ਤੇ ਪਾਕ ਭਾਰਤ ਦੇ ਦਰਮਿਆਨ ਦੁਨੀਆ ਦੀ ਸਭ ਤੋਂ ਵੱਡੀ ਜੰਗ ਹੁੰਦੀ। ਅਮਰੀਕੀ ਸਦਰ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਗਰ ਮੈਂ ਨਾ ਹੁੰਦਾ ਤੇ ਦੁਨੀਆ ਦੇ ਵਿੱਚ 6 ਜੰਗਾਂ ਹੁੰਦੀਆਂ, ਜਿਹਦੇ ਵਿੱਚ ਸਭ ਤੋਂ ਵੱਡੀ ਜੰਗ ਪਾਕ ਭਾਰਤ ਦੀ ਹੁੰਦੀ। ਆਲਮੀ ਖਬਰ ਅਦਾਰੇ ਦੇ ਮੁਤਾਬਕ ਡੋਨਲਡ ਟਰੰਪ ਨੇ ਆਖਿਆ ਹੈ ਕਿ ਅਮਰੀਕਾ, ਥਾਈਲੈਂਡ ਤੇ ਕੰਬੋਡੀਆ ਦੇ ਨਾਲ ਨਾਲ ਬਹੁਤ ਜ਼ਿਆਦਾ ਤਜਾਰਤ ਕਰਦਾ ਹੈ। ਫਿਰ ਵੀ ਮੈਂ ਪੜ੍ਹ ਰਿਹਾ ਹਾਂ ਕਿ ਦੋਨੋਂ ਮੁਲਕ ਇੱਕ ਦੂਸਰੇ ਨੂੰ ਮਾਰ ਰਹੇ ਨੇ। ਅਮਰੀਕੀ ਸਦਰ ਦੇ ਬਕੌਲ ਜਿਵੇਂ ਮੈਂ ਸੋਚਿਆ ਇਹਨਾਂ ਦੋਵਾਂ ਮਮਾਲਕ ਦੇ ਦਰਮਿਆਨ ਜੰਗਬੰਦੀ ਕਰਾਉਣਾ ਮੇਰੇ ਲਈ ਆਸਾਨ ਹੋਏਗਾ, ਕਿਉਂਕਿ ਇਸ ਤੋਂ ਪਹਿਲੇ ਮੈਂ ਪਾਕ ਭਾਰਤ ਤਨਾਜ਼ੇ ਨੂੰ ਵੀ ਤਜਾਰਤੀ ਦਬਾਅ ਦੇ ਜ਼ਰੀਏ ਹੱਲ ਕਰ ਚੁੱਕਿਆ ਵਾਂ। ਤੇ ਪੀਟੀਆਈ ਦਾ ਪਲਾਨ ਅਗਲਾ ਵੀ ਸਾਹਮਣੇ ਆ ਗਿਆ। 5 ਅਗਸਤ ਦਾ ਇਤਜਾਜ ਇਜਾਜ਼ਤ ਨਾ ਮਿਲੀ ਤੇ ਪੀਟੀਆਈ ਆਪਣਾ ਪਲਾਨ B ਸਾਹਮਣੇ ਲਿਆਏਗੀ। ਲਾਹੌਰ ਦੇ ਵਿੱਚ 5 ਅਗਸਤ ਦੇ ਇਤਜਾਜ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਪੀਟੀਆਈ ਨੇ ਪਲਾਨ ਬਣਾ ਲਿਆ ਹੈ। ਵੱਡੇ ਇਤਜਾਜ ਜਾਂ ਜਲਸੇ ਦੀ ਇਜਾਜ਼ਤ ਨਾ ਮਿਲਣ ਤੇ ਹਲਕਿਆਂ ਦੇ ਵਿੱਚ ਇਤਜਾਜ ਦੀ ਮਨਸੂਬਾਬੰਦੀ ਕਰ ਲਿੱਤੀ ਗਈ ਹੈ। ਜ਼ਰਾਏ ਪੀਟੀਆਈ ਦੇ ਮੁਤਾਬਕ ਤਹਿਰੀਕ ਇਨਸਾਫ 5 ਅਗਸਤ ਨੂੰ ਪੰਜਾਬ ਦੇ ਹਰ ਹਲਕੇ ਦੇ ਵਿੱਚ ਇਤਜਾਜ ਕਰੇਗੀ ਤੇ तमाम ਹਲਕਿਆਂ ਦੀ ਇਤਜਾਜ ਦੀ ਜਿਹੜੀ ਫੁਟੇਜ ਹੈ ਉਹ ਕਿਆਦਤ ਨੂੰ ਭੇਜੀ ਜਾਏਗੀ, ਜਦਕਿ 5 ਅਗਸਤ ਦੇ ਬਾਅਦ ਵੱਡੇ ਸ਼ਹਿਰਾਂ ਦੇ ਵਿੱਚ ਇਤਜਾਜ ਦੀ ਕਾਲ ਦੇ ਦਿੱਤੀ ਜਾਏਗੀ। ਤੇ ਤਾਰਕ ਫਜ਼ਲ ਚੌਧਰੀ ਕੁਰਾਨ ਤੇ ਹਲਫ ਦੇ ਕੇ ਫਾਰਮ 47 ਤੇ ਨਹੀਂ ਜਿੱਤਿਆ, ਮੁਫਤਾ ਇਸਮਾਈਲ ਦਾ ਚੈਲੰਜ। ਨੂਨ ਲੀਗੀ ਸੈਨੇਟਰ ਐਮਐਲਏ ਨੇ ਇਲਜ਼ਾਮਾਤ ਲਾਏ ਨੇ ਜਿਹੜੇ ਬੇਬੁਨਿਆਦ ਨੇ। ਇਹ ਮੁਝ ਤੇ ਇਲਜ਼ਾਮ ਇਸ ਲਈ ਲਾਉਂਦੇ ਨੇ ਕਿਉਂਕਿ ਮੈਂ ਸੱਚ ਬੋਲਣਾ ਵਾਂ ਤੇ ਝੂਠੇ ਇਲਜ਼ਾਮਾਤ ਤੇ ਤਾਰਕ ਫਜ਼ਲ ਚੌਧਰੀ ਮਾਫੀ ਮੰਗੇ। ਸਾਬਿਕ ਪਾਕੀ ਵਜ਼ੀਰ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ। ਉਸ ਤੋਂ ਇਲਾਵਾ ਉਮਰ ਅਯੂਬ ਨੇ ਸਵਾਲ ਕਰ ਲਿੱਤਾ ਕਿ ਗੋਲੀ ਕਿਉਂ ਚਲਾਈ। ਉਹਨਾਂ ਨੇ ਕਿਹਾ ਕਿ 2 ਲੋਕਾਂ ਦਾ ਜਨਾਜ਼ਾ ਲੈ ਕੇ ਲਵਾਕੀਨ 13 ਪਹੁੰਚੇ ਤੇ ਉੱਥੇ ਕਿਹਦੇ ਹੁਕਮ ਨਾਲ ਗੋਲੀਆਂ ਮਾਰੀਆਂ ਗਈਆਂ। 13 ਦੇ ਵਿੱਚ ਜਿਹੜੇ ਲੋਕ ਕਮਾਂਡ ਕਰ ਰਹੇ ਨੇ, ਕੀ ਇਹਨਾਂ ਨੂੰ ਅਕਲ ਔਰ ਸ਼ਊਰ ਅੱਲਾ ਨੇ ਦਿੱਤਾ ਹੋਇਆ ਹੈ? ਉਹਨਾਂ ਨੇ ਕਿਸ ਵਜ੍ਹਾ ਤੋਂ, ਕਿਸ ਬੁਨਿਆਦ ਤੇ ਪੁਰਅਮਨ ਮੁਜ਼ਾਹਿਰੀਨ ਤੇ ਗੋਲੀਆਂ ਮਾਰੀਆਂ ਨੇ? ਮੁਲਵਸ ਕਿਰਦਾਰਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏ, ਆਪੋਜੀਸ਼ਨ ਲੀਡਰ ਦਾ ਮੁਤਾਲਬਾ। ਕੌਮੀ ਅਸੈਂਬਲੀ ਦੇ ਵਿੱਚ ਆਪੋਜੀਸ਼ਨ ਲੀਡਰ ਨੇ ਇਹ ਸਵਾਲ ਉਠਾਏ। ਉਸ ਤੋਂ ਇਲਾਵਾ ਕਸੂਰ ਦੇ ਵਿੱਚ ਬੱਚੀ ਨਾਲ ਨਾਜ਼ੇਬਾ ਹਰਕਤ ਕਰਨ ਵਾਲੇ ਨੂੰ ਮੁਲਜ਼ਮ ਨੂੰ ਗੋਲੀ ਲੱਗਣ ਨਾਲ ਉਹਦਾ ਮਖਸੂਸ ਸਜ਼ਾ ਤੋਂ ਮਹਿਰੂਮ ਹੋ ਗਿਆ ਹੈ। ਗ੍ਰਿਫਤਾਰੀ ਦੇ ਦੌਰਾਨ ਮੁਲਜ਼ਮ ਆਪਣੇ ਹੀ ਪਿਸਤੌਲ ਦੇ ਨਾਲ ਗੋਲੀ ਚੱਲਣ ਦੀ ਵਜ੍ਹਾ ਨਾਲ ਮਖਸੂਸ ਸਜ਼ਾ ਤੇ ਫਾਇਰ ਲੱਗਣ ਨਾਲ ਜ਼ਖਮੀ ਹੋਇਆ ਹੈ। ਪੁਲਿਸ ਤੇ ਛਾਪਾ ਹੈ ਕਿ ਗ੍ਰਿਫਤਾਰੀ ਹੈ, ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਪੁਲਿਸ ਦੇ 25 ਅਫਸਰਾਨ ਅਦਾਕਾਰ ਆਮਰ ਖਾਨ ਦੇ ਘਰ ਦਾਖਲ ਹੋ ਗਏ ਨੇ। ਭਾਰਤ ਦੇ ਆਲਮੀ ਸ਼ੋਹਰਤ ਯਾਫਤਾ ਅਦਾਕਾਰ ਦੇ ਘਰ ਅਚਾਨਕ 25 ਪੁਲਿਸ ਅਫਸਰਾਨ ਪੁਰਸਰਾਰ ਅੰਦਾਜ਼ ਨਾਲ ਦਾਖਲ ਹੋਏ ਨੇ ਤੇ ਮਦਾਵਾਂ ਨੂੰ ਤਸ਼ਵੀਸ਼ ਦੇ ਵਿੱਚ ਮੁਬਤਲਾ ਕਰਤਾ ਹੈ। ਭਾਰਤੀ ਮੀਡੀਆ ਦੇ ਮੁਤਾਬਕ ਆਮਰ ਖਾਨ ਦੇ ਬਾਂਦਰਾ ਦੇ ਇਲਾਕੇ ਦੇ ਵਿੱਚ ਘਰ ਦੇ ਵਿੱਚ ਅਚਾਨਕ 25 ਦੇ ਕਰੀਬ ਇੰਸਪੈਕਟਰ ਜਨਰਲ ਪੁਲਿਸ ਦੇ ਜਿਹੜੀ ਅਫਸਰਾਨ ਦੀ ਟੀਮ ਹੈ ਉਹ ਪਹੁੰਚ ਗਈ ਹੈ। ਤੇ ਉਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਿੱਚ ਇਮਰਾਨ ਖਾਨ ਦੀ ਜ਼ਮਾਨਤ ਦੀਆਂ 8 ਅਪੀਲਾਂ ਕੱਲ ਸਮਾਅਤ ਵਾਸਤੇ ਮੁਕਰਰ। ਸੁਪਰੀਮ ਕੋਰਟ ਦੇ ਵਿੱਚ ਬਾਨੀ ਤਰੀਕੇ ਇਨਸਾਫ ਇਮਰਾਨ ਖਾਨ ਦੀ ਜ਼ਮਾਨਤ ਬਾਅਦ ਗ੍ਰਿਫਤਾਰੀ ਦੀ 8 ਅਪੀਲਾਂ ਸਮਾਅਤ ਲਈ ਮੁਕਰਰ ਹੋ ਗਈਆਂ ਨੇ, ਜਿਹਦੀ ਸਰਬਰਾਹੀ ਚੀਫ ਜਸਟਿਸ ਯਾਹਿਆ ਅਫਰੀਦੀ 2 ਰੁਕਨੀ ਬੈਂਚ ਕੱਲ 9:30 ਵਜੇ ਸਮਾਅਤ ਕਰੇਗਾ। ਹੁਣ ਤੱਕ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾਹ।